ਦੇਸ਼ ਵਿਦੇਸ਼ ਵਿੱਚ ਏਵਨ ਪੰਜਾਬੀ ਵੇਖ ਰਹੀਆਂ ਸਰਬੱਤ ਸੰਗਤਾਂ ਨੂੰ ਦਾਸ ਮਹਿੰਦਰ ਸਿੰਘ ਦੀ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਪਹਿਲਾ। ਆਸਾ ਰਾਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ। ਛੈ ਕਰ ਛੈ ਗੁਰ ਛੈ ਉਪਦੇਸ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਵਿਸਵੇ ਚਸਿਆ ਘੜੀਆਂ ਪੈਰਾ, ਥਿੱਤੀ ਵਾਰੀ ਮਾਂ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਆਸਾ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਚਾਰਨ ਕਰਕੇ ਇੱਕ ਉਦਾਹਰਣ ਦਿੱਤੀ ਹੈ ਸੂਰਜ ਦੀ, ਸਮੇਂ ਦੀ। ਸਮੇਂ ਨੂੰ ਪੁਰਾਤਨ ਸਮਿਆਂ ਦੇ ਵਿੱਚ ਜੋ ਮਾਪਿਆ ਗਿਆ, ਛੋਟੀ ਤੋਂ ਛੋਟੀ ਇਕਾਈ ਸਮੇਂ ਦੀ ਜੋ ਸੀ ਉਹ ਅੱਖ ਦਾ ਫੋਰ ਸੀ। ਇੱਕ ਅੱਖ ਦਾ ਫੋਰ, ਜੇ ਇਸ ਤਰ੍ਹਾਂ ਦੇ 15 ਅੱਖ ਦੇ ਫੋਰ ਹੋਣ, 15 ਅੱਖ ਦੇ ਫੋਰ ਇੱਕ ਵਿਸਵਾ ਬਣਾਉਂਦੇ ਹਨ ਤੇ 15 ਵਿਸਵਾਂ ਦਾ ਇੱਕ ਚਸਾ ਹੁੰਦਾ ਹੈ। 30 ਚਸਿਆਂ ਦਾ ਇੱਕ ਪਲ ਹੁੰਦਾ ਹੈ। 60 ਪੱਲਾਂ ਦਾ ਇੱਕ ਘੜੀ ਹੁੰਦੀ ਹੈ ਤੇ 7.5 ਘੜੀਆਂ ਦਾ ਇੱਕ ਪਹਿਰ ਹੁੰਦਾ ਹੈ ਤੇ 8 ਪਹਿਰ ਦਾ ਇੱਕ ਦਿਨ ਤੇ ਰਾਤ ਹੁੰਦਾ ਹੈ। ਇਹ ਪੁਰਾਤਨ ਸਮਿਆਂ ਦੇ ਵਿੱਚ ਵੀ, ਜਿਵੇਂ ਅੱਜ ਕੱਲ੍ਹ ਸਾਇੰਸ ਦੀ, ਜਦੋਂ ਸਾਇੰਸਦਾਨ ਕਹਿੰਦੇ ਹਨ ਫ੍ਰੈਕਸ਼ਨ ਆਫ ਏ ਸੈਕਿੰਡ, ਕਿ ਇੱਕ ਸੈਕਿੰਡ ਦਾ ਵੀ ਬਹੁਤ ਛੋਟਾ ਜਿਹਾ ਹਿੱਸਾ ਜੋ ਹੈ ਉਸ ਨੂੰ ਵੀ ਉਹ ਵੰਡਦੇ ਹਨ, ਤਾਂ ਪੁਰਾਤਨ ਸਮਿਆਂ ਦੇ ਵਿੱਚ ਵੀ ਬਹੁਤ ਛੋਟਾ ਇਕਾਈ ਜੋ ਸੀ ਅੱਖ ਦਾ ਫੋਰ ਲਈ ਜਾਂਦੀ ਸੀ। ਤੇ ਜਿਵੇਂ ਅੱਜ ਕੱਲ੍ਹ ਸਮਾਂ ਹੈ ਸੈਕਿੰਡ, 60 ਸੈਕਿੰਡ ਦਾ ਇੱਕ ਮਿੰਟ, 60 ਮਿੰਟ ਦਾ ਇੱਕ ਘੰਟਾ ਤੇ 24 ਘੰਟਿਆਂ ਦਾ ਇੱਕ ਦਿਨ ਰਾਤ। ਇਸ ਤਰ੍ਹਾਂ ਪੁਰਾਤਨ ਸਮਿਆਂ ਦੇ ਵਿੱਚ ਅੱਖ ਦੇ ਫੋਰ ਤੋਂ ਲੈ ਕੇ ਪਹਿਰ ਤੱਕ, ਫਿਰ ਦਿਨ ਤੇ ਰਾਤ ਤੱਕ ਇਸ ਤਰ੍ਹਾਂ ਹੁੰਦਾ ਸੀ। ਤੇ ਇਹ ਅਸੀਂ ਜਾਣਦੇ ਹਾਂ, ਜੀਓਗ੍ਰਾਫੀਕਲ ਸਾਇੰਸ ਵੀ ਇਹ ਦੱਸਦੀ ਹੈ ਕਿ ਦਿਨ ਤੇ ਰਾਤ ਕਿਵੇਂ ਬਣਦੇ ਹਨ। ਕਿ ਧਰਤੀ ਆਪਣੇ ਧੁਰੇ ਦੇ ਦੁਆਲੇ ਘੁੰਮਦੀ ਹੈ। ਜਿਹੜਾ ਧਰਤੀ ਦਾ ਪਾਸਾ ਸੂਰਜ ਦੇ ਪਾਸੇ ਆਉਂਦਾ ਹੈ, ਸੂਰਜ ਦੇ ਵੱਲ ਆਉਂਦਾ ਹੈ, ਜਿਹੜਾ ਪਾਸਾ ਜਿਹੜਾ ਪਾਸਾ ਧਰਤੀ ਦਾ ਸੂਰਜ ਵੱਲ ਆਉਂਦਾ ਹੈ ਉੱਥੇ ਦਿਨ ਹੁੰਦਾ ਹੈ। ਜਿਹੜਾ ਪਾਸਾ ਉਲਟੇ ਪਾਸੇ ਹੁੰਦਾ ਹੈ ਉੱਥੇ ਰਾਤ ਹੁੰਦੀ ਹੈ। ਇਸ ਤਰ੍ਹਾਂ ਦਿਨ ਤੇ ਰਾਤ ਬਣਦੇ ਹਨ ਤੇ ਇਸ ਦਿਨ ਰਾਤ ਦੇ ਛੋਟੇ ਛੋਟੇ ਹਿੱਸੇ ਇਹ ਹਨ ਪਹਿਰ, ਘੜੀਆਂ ਤੇ ਵਿਸਵੇ ਚਸਿਆ ਤੇ ਅੱਖ ਦੇ ਫੋਰ। ਭਾਵ ਕਹਿਣ ਦਾ ਹੈ ਕਿ ਇੱਕ ਸੂਰਜ, ਇੱਕੋ ਇੱਕ ਸੂਰਜ ਜੋ ਹੈ ਇਹ ਬਹੁਤ ਸਾਰੇ ਸਮੇਂ ਦੀਆਂ ਇਕਾਈਆਂ ਬਣਾਉਂਦਾ ਹੈ। ਸੂਰਜ ਇੱਕ ਹੈ, ਧਰਤੀ ਦੇ ਘੁੰਮਣ ਨਾਲ ਉਹ ਸੂਰਜ ਇਸ ਦਿਨ ਤੇ ਰਾਤ ਬਣਾਉਂਦਾ ਹੈ ਤੇ ਇਹ ਸਮਾਂ ਬਣਾਉਂਦਾ ਹੈ। ਸਮੇਂ ਦੇ ਯੂਨਿਟ ਵੰਡੇ ਜਾਂਦੇ ਹਨ। ਭਾਵ ਇਹ ਹੈ ਕਿ ਇੱਕ ਸੂਰਜ ਦੇ ਕਈ ਰੂਪ ਹਨ, ਕਈ ਰੂਪ ਹਨ। ਵਿਸਵੇ ਚਸਿਆ ਘੜੀਆਂ ਪੈਰਾ, ਥਿੱਤੀ ਵਾਰੀ ਮਾਂ ਹੋਆ। ਸੂਰਜ ਏਕੋ ਰੁੱਤ ਅਨੇਕ। ਵਿਸਵੇ ਚਸਿਆ, ਘੜੀਆਂ ਤੇ ਪਹਿਰਾ, ਇਹ ਸਾਰੇ ਇੱਕੋ ਹੀ ਸੂਰਜ ਦੇ ਵੇਸ ਹਨ। ਇਸੇ ਤਰ੍ਹਾਂ ਇੱਕ ਉਦਾਹਰਣ ਹੋਰ ਦਿੱਤੀ ਹੈ। ਛੈ ਕਰ ਛੈ ਗੁਰ ਛੈ ਉਪਦੇਸ, ਕਿ 6 ਘਰ ਹਨ। ਘਰ ਸ਼ਾਸਤਰ, ਧਾਰਮਿਕ ਗ੍ਰੰਥ। ਉਹ ਕਿਹੜੇ ਕਿਹੜੇ 6 ਸ਼ਾਸਤਰ ਜਾਂ ਧਾਰਮਿਕ ਗ੍ਰੰਥ ਹਨ? ਇੱਕ ਹੈ ਸਾਂਖ, ਜਿਸ ਦਾ ਰਚਨਾਕਾਰ ਹਨ ਰਿਸ਼ੀ ਕਪਿਲ। ਦੂਜਾ ਹੈ ਨਿਆਏ, ਜਿਸ ਦੇ ਰਚਨਾਕਾਰ ਹਨ ਰਿਸ਼ੀ ਗੌਤਮ। ਇੱਕ ਹੈ ਨਿਆਏ, ਜਿਸ ਦੇ ਰਚਨਾਕਾਰ ਹਨ ਰਿਸ਼ੀ ਗੌਤਮ। ਇੱਕ ਹੈ ਵਿਸ਼ੇਸ਼ਕ,
ਜਿਸ ਦੇ ਰਚਨਾਕਾਰ ਹਨ ਰਿਸ਼ੀ ਕਣਾਦ। ਇੱਕ ਹੈ ਯੋਗ, ਜਿਸ ਦੇ ਰਚਨਾਕਾਰ ਹਨ ਰਿਸ਼ੀ ਪਤੰਜਲੀ। ਇੱਕ ਹੈ ਯੋਗ, ਜਿਸ ਦੇ ਰਚਨਾਕਾਰ ਹਨ ਰਿਸ਼ੀ ਪਤੰਜਲੀ। ਇੱਕ ਹੈ ਮੀਮਾਂਸਾ, ਜਿਸ ਦੇ ਰਚਨਾਕਾਰ ਹਨ ਰਿਸ਼ੀ ਜੈਮਨੀ। ਤੇ ਇੱਕ ਹੈ ਵੇਦਾਂਤ, ਜਿਸ ਦੇ ਰਚਨਾਕਾਰ ਹਨ ਰਿਸ਼ੀ ਵਿਆਸ। ਇਹ 6 ਸ਼ਾਸਤਰ ਹਨ, 6 ਹੀ ਰਚਨਾਕਾਰ ਜਿਨ੍ਹਾਂ ਨੂੰ ਗੁਰੂ ਕਿਹਾ, ਤੇ ਇਹਨਾਂ ਦੇ 6 ਹੀ ਸਿਧਾਂਤ ਹਨ। ਭਾਵ ਕਿ ਸਾਰੇ ਸ਼ਾਸਤਰਾਂ ਦੇ ਆਪਣੇ ਆਪਣੇ ਉਪਦੇਸ਼, 6 ਕਰ 6 ਗੁਰ 6 ਉਪਦੇਸ਼। 6 ਸ਼ਾਸਤਰ ਹਨ, 6 ਗੁਰੂ ਹਨ, ਤੇ 6 ਹੀ ਇਹਨਾਂ ਦੇ ਉਪਦੇਸ਼ ਹਨ, 6 ਹੀ ਇਹਨਾਂ ਦੇ ਮਤ ਹਨ। ਜਿਵੇਂ ਸਾਂਖ ਸ਼ਾਸਤਰ ਨੇ ਪਰਮਾਤਮਾ ਦੇ ਬਾਰੇ 'ਚ ਗੱਲ ਕੀਤੀ ਹੈ ਕਿ ਇਹ 25ਵਾਂ ਸ਼ੁੱਧ ਚੇਤਨ ਤੱਤ ਹੈ, 24ਵਾਂ ਤੱਤ ਪ੍ਰਕਿਰਤੀ ਹੈ, ਤੇ 23 ਤੱਤ ਹੋਰ ਰੱਖੇ ਹਨ। 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਮਹਾਤੱਤ ਅੱਗ ਹਵਾ ਪਾਣੀ ਧਰਤੀ ਆਕਾਸ਼ ਜੋ ਤੱਤ ਹਨ, 5 ਤਨ ਸੂਖਮ ਮਾਤਰਾਵਾਂ ਮਹੱਤ ਮਨਸ ਅਹੰਕਾਰ, ਇਹ 23 ਤੱਤ ਹੋਰ ਹਨ। 24ਵਾਂ ਪ੍ਰਕਿਰਤੀ ਹੈ, 25ਵਾਂ ਸ਼ੁੱਧ ਚੇਤਨ ਤੱਤ ਹੈ। ਤੇ ਸ਼ੁੱਧ ਚੇਤਨ ਤੱਤ ਔਰ ਪ੍ਰਕਿਰਤੀ ਮਿਲ ਕੇ ਜਗਤ ਦੀ ਕਾਰ ਵਿਹਾਰ ਚਲਾਉਂਦੇ ਹਨ। ਇਸ ਤਰ੍ਹਾਂ ਦਾ ਮਤ ਵਿਦਵਾਨਾਂ ਦੇ ਮੁਤਾਬਕ ਸਾਂਖ ਸ਼ਾਸਤਰ ਇਸ ਤਰ੍ਹਾਂ ਦਾ ਮਤ ਦਿੰਦਾ ਹੈ, ਮਤ ਰੱਖਦਾ ਹੈ, ਇਸ ਤਰ੍ਹਾਂ ਦਾ ਉਸਦਾ ਉਪਦੇਸ਼ ਹੈ। ਤੇ ਹੋਰ ਵੀ ਕਈ ਤਰ੍ਹਾਂ ਦੇ ਉਪਦੇਸ਼ ਇਸ ਤੇ ਸਾਂਖ ਸ਼ਾਸਤਰ ਦੇ ਨੇ। ਤੇ ਬਾਕੀ ਸਾਰੇ ਸ਼ਾਸਤਰਾਂ ਦੇ ਆਪਣੇ ਆਪਣੇ ਮਤ ਨੇ। ਕੁਝ ਸ਼ਾਸਤਰਾਂ ਦਾ ਜੋੜਾ ਵੀ ਬਣਾਇਆ ਜਾਂਦਾ ਹੈ, ਜਿਵੇਂ ਸਾਂਖ ਤੇ ਯੋਗ ਦਾ ਇਹ ਕੁਝ ਮੇਲ ਖਾਂਦੇ ਹਨ। ਇਹਨਾਂ ਦਾ ਸਾਂਖ ਤੇ ਯੋਗ ਨੂੰ ਵੀ ਕਹਿ ਦਿੰਦੇ ਹਨ, ਇਕੱਠਾ ਵੀ ਬੋਲਦੇ। ਨਿਆਏ ਤੇ ਵਿਸ਼ੇਸ਼ਕ ਨੂੰ ਵੀ ਇਕੱਠਾ ਕਰ ਲਿਆ ਜਾਂਦਾ ਹੈ, ਜੋੜਾ ਆਖਿਆ ਜਾਂਦਾ ਹੈ, ਮੀਮਾਂਸਾ ਤੇ ਵਿਦਾਂਤ ਦਾ। ਲੇਕਿਨ ਮਤ ਸਾਰਿਆਂ ਦੇ ਵੱਖਰੇ ਵੱਖਰੇ ਹਨ ਕਿ 6 ਸ਼ਾਸਤਰ ਹਨ, 6 ਗੁਰੂ ਹਨ, ਤੇ 6 ਦੇ ਆਪਣੇ ਆਪਣੇ ਉਪਦੇਸ਼ ਹਨ, ਆਪਣੇ ਆਪਣੇ ਮਤ ਹਨ। ਪਰ ਇਹਨਾਂ ਸਾਰੇ ਗੁਰੂਆਂ ਦਾ, ਜਿਤਨੇ ਰਚਨਾਕਾਰ ਹਨ, ਇਹਨਾਂ ਸਾਰਿਆਂ ਦਾ ਇੱਕ ਰਚਨਾਕਾਰ ਹੈ, ਇਹਨਾਂ ਸਾਰੇ ਗੁਰੂਆਂ ਦਾ ਇੱਕ ਗੁਰੂ ਹੈ, ਉਹ ਹੈ ਪਰਮਾਤਮਾ, ਉਹ ਇੱਕ ਹੀ ਹੈ। ਜਿਵੇਂ ਸੂਰਜ ਇੱਕ ਹੈ ਤੇ ਕਈ ਤਰ੍ਹਾਂ ਦਾ ਸਮਾਂ ਪੈਦਾ ਹੁੰਦਾ ਹੈ, ਪਹਿਰ ਪੈਦਾ ਹੁੰਦੇ ਹਨ, ਘੜੀਆਂ, ਘੰਟੇ, ਮਿੰਟ, ਸਕਿੰਟ, ਪਲ, ਵਿਸਵੇ, ਚਸਿਆ, ਅੱਖ ਦਾ ਫੋਰ। ਇੱਕ ਸੂਰਜ ਤੋਂ ਕਈ ਤਰ੍ਹਾਂ ਦਾ ਸਮਾਂ ਅਸੀਂ ਕਹਿੰਦੇ ਹਾਂ, ਉਸਨੂੰ ਉਹਦੀ ਪਰਿਭਾਸ਼ਾ ਦਿੰਦੇ ਹਾਂ, ਵੱਖਰੇ ਵੱਖਰੇ ਇਕਾਈਆਂ ਸਮੇਂ ਦੀਆਂ ਕਰਦੇ ਹਾਂ। ਇਸੇ ਤਰ੍ਹਾਂ ਇਹ 6 ਸ਼ਾਸਤਰਾਂ ਦੇ ਜੋ ਗੁਰੂ ਹਨ, ਇਹਨਾਂ ਸਾਰਿਆਂ ਗੁਰੂਆਂ ਦਾ ਗੁਰੂ ਇੱਕ ਮੂਲ ਪਰਮਾਤਮਾ ਹੈ। ਜੈ ਕਰ ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਤੇ ਜਿਹੜਾ ਉਹ ਮੂਲ ਪਰਮਾਤਮਾ ਹੈ, ਉਹ ਕਰਤਾ ਹੈ, ਕਰਤਾ ਪੁਰਖ ਹੈ, ਕ੍ਰੀਏਟਰ ਹੈ। ਉਸਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਸ ਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲਦੀ ਹੈ। ਉਸ ਦਾ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ, ਕਹਿ ਨਾ ਕੋਏ। ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਵਿੱਚ ਹੈ। ਤੁਮ ਤੇ ਹੋਏ ਸੋ ਆਗਿਆਕਾਰੀ, ਤੇਰੀ ਆਗਿਆ ਵਿੱਚ ਹੈ, ਤੇਰੇ ਹੁਕਮ ਵਿੱਚ ਹੈ। ਜਿਸ ਤਰ੍ਹਾਂ ਭੈ ਦੇ ਵਿੱਚ ਆਸਾ ਦੀ ਵਾਰ ਵਿੱਚ ਆਉਂਦਾ ਹੈ ਕਿ ਭੈ ਵਿੱਚ ਸਾਰੀ ਸ੍ਰਿਸ਼ਟੀ ਹੈ। ਅੱਗ, ਹਵਾ, ਪਾਣੀ, ਸਭ ਕੁਝ, ਸੂਰਜ, ਚੰਨ, ਸਾਰੇ ਉਸ ਦੇ ਹੁਕਮ ਵਿੱਚ ਹਨ, ਉਸ ਦੇ ਭੈ ਵਿੱਚ ਹਨ, ਉਸ ਦੇ ਸੂਤਰ ਵਿੱਚ ਬੰਨੇ ਹੋਏ ਹਨ। ਉਹ ਕਰਤਾ, ਕ੍ਰੀਏਟਰ ਹੈ। ਉਸ ਦੇ ਹੁਕਮ ਵਿੱਚ ਜੋ ਦੁਨੀਆ, ਸਾਰੀ ਸ੍ਰਿਸ਼ਟੀ ਹੈ, ਜਦੋਂ ਉਸ ਦੀ ਕੀਰਤੀ ਕੀਤੀ ਜਾਂਦੀ ਹੈ, ਉਸ ਦੇ ਗੁਣਗਾਨ ਕੀਤੇ ਜਾਂਦੇ ਹਨ, ਉਸ ਦਾ ਕੀਰਤਨ ਕੀਤਾ ਜਾਂਦਾ ਹੈ, ਉਸ ਦੇ ਗੁਣਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸ ਦੇ ਗੁਣਾਂ ਨੂੰ ਬਿਆਨ ਕੀਤਾ ਜਾਂਦਾ ਹੈ। ਔਰ ਜਿਸ ਘਰ ਵਿੱਚ ਕੀਤਾ ਜਾਂਦਾ ਹੈ,
ਜੇ ਕੋਈ ਰਿਹਾਇਸ਼ੀ ਘਰ ਹੋਵੇ, ਕੋਈ ਗੁਰੂ ਘਰ ਹੋਵੇ ਜਾਂ ਹਿਰਦਾ ਹੋਵੇ, ਜਿਸ ਹਿਰਦੇ ਵਿੱਚ ਕੀਤੀ ਜਾਂਦੀ ਹੈ, ਉਸ ਘਰ ਦੀ, ਉਸ ਹਿਰਦੇ ਦੀ, ਉਸ ਸਥਾਨ ਦੀ ਜਿੱਥੇ ਕੀਰਤੀ ਹੋ ਰਹੀ ਹੈ ਬਾਬੇ ਦੀ, ਬਾਬਾ ਸਭ ਤੋਂ ਵੱਡਾ, ਬਾਬੇ ਤੋਂ ਭਾਵ ਹੈ ਵੱਡਾ, ਵੱਡਿਆਂ ਤੋਂ ਵੱਡਾ, ਕਿਉਂਕਿ ਸਭ ਤੋਂ ਵੱਡਾ ਜੋ ਹੈ ਉਹ ਪਰਮਾਤਮਾ ਆਪ ਹੀ ਹੈ। ਉਹੀ ਸਭ ਤੋਂ ਵੱਡਾ ਬਾਬਾ ਹੈ। ਜਿਸ ਘਰ ਵਿੱਚ ਉਸ ਬਾਬੇ ਦੀ, ਬਾਬਾ ਜੈ ਘਰ ਕੀਰਤ ਕਰਤੇ ਕੀਰਤ ਹੋਏ, ਬਾਬਾ ਜੈ ਘਰ ਕਰਤੇ ਕੀਰਤ ਹੋਏ। ਇਹ ਬਾਬਾ ਜਿਸ ਘਰ ਵਿੱਚ ਤੇਰੀ ਵਡਿਆਈ ਕੀਤੀ ਜਾਂਦੀ ਹੈ, ਉਸ ਘਰ ਦੀ ਵਡਿਆਈ ਤੂੰ ਹੀ ਜਾਣਦਾ ਹੈ। ਉਸ ਘਰ ਦੀ ਇਤਨੀ ਵਡਿਆਈ ਹੈ ਜਿਤਨੀ ਵਡਿਆਈ ਪ੍ਰਭੂ ਦੀ ਹੈ, ਬੇਅੰਤ ਹੈ। ਪ੍ਰਭੂ ਦੀ ਵਡਿਆਈ ਦਾ ਕੋਈ ਅੰਤ ਨਹੀਂ, ਉਹ ਬੇਅੰਤ ਹੈ, ਉਸ ਦੀ ਵਡਿਆਈ ਵੀ ਬੇਅੰਤ ਹੈ। ਤੇ ਜਿਸ ਸਥਾਨ ਤੇ ਉਸ ਦੀ ਕੀਰਤੀ ਕੀਤੀ ਜਾਂਦੀ ਹੈ, ਜਿਸ ਸਥਾਨ ਤੇ ਪ੍ਰਭੂ ਦੇ ਗੁਣਗਾਨ ਕੀਤੇ ਜਾਂਦੇ ਹਨ, ਉਹ ਵੀ ਬੇਅੰਤ ਹੈ। ਉਸ ਦੀ ਕੀਰਤੀ ਬੇਅੰਤ ਹੈ, ਉਸ ਦੀ ਵਡਿਆਈ ਬੇਅੰਤ ਹੈ। ਉਸ ਦੀ ਵਡਿਆਈ ਤੂੰ ਆਪ ਹੀ ਜਾਣਦਾ ਹੈ। ਇਨਸਾਨ ਦੀ ਤੁੱਛ ਬੁੱਧੀ ਉਸ ਸਥਾਨ ਦੀ ਵੀ ਵਡਿਆਈ ਕਰ ਨਹੀਂ ਸਕਦਾ। ਸੋ ਕਰ ਰਾਖ ਵਡਾਈ ਤੋਏ। ਰਹਾਉ, ਇਹ ਰਹਾਉ ਦੀ ਤੁਕ ਹੈ। ਰਹਾਉ ਤੋਂ ਭਾਵ ਇਹ ਹੈ ਠਹਿਰਾਓ, ਕਿ ਇੱਥੇ ਵਿਚਾਰ ਕਰੋ, ਸਮਝੋ, ਕਿਉਂਕਿ ਇਹ ਸ਼ਬਦ ਦੀ ਸਾਰ ਤੱਤ ਹੈ। ਇਸ ਵਿੱਚ ਸ਼ਬਦ ਦਾ ਸਾਰਾ ਜੋ ਉਪਦੇਸ਼ ਹੈ, ਉਸ ਦੀ ਸਾਰ ਤੱਤ ਇੱਥੇ ਸ਼ਾਮਲ ਕੀਤੀ ਜਾਂਦੀ ਹੈ, ਇੱਥੇ ਅੰਕਿਤ ਕੀਤੀ ਜਾਂਦੀ ਹੈ ਰਹਾਉ ਦੀ ਤੁਕ ਦੇ ਵਿੱਚ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਇਹ ਸਾਰ ਤੱਤ ਹੈ ਸ਼ਬਦ ਦਾ, ਕਿ ਉਸ ਸਥਾਨ ਦੀ, ਉਸ ਹਿਰਦੇ ਦੀ ਵਡਿਆਈ ਸਤਿਗੁਰੂ ਬਾਬਾ ਮੂਲ ਪਰਮਾਤਮਾ ਜੋ ਆਪ ਹੀ ਜਾਣਦੇ ਹਨ। ਇਨਸਾਨ ਉਸ ਦੀ ਵਡਿਆਈ ਨਹੀਂ ਕਰ ਸਕਦਾ। ਵਿਸਵੇ ਚਸਿਆ ਘੜੀਆਂ ਪੈਰਾ, ਥਿੱਤੀ ਵਾਰੀ ਮਾਂ ਹੋਆ। ਸੂਰਜ ਏਕੋ ਰੁੱਤ ਅਨੇਕ। ਇੱਕ ਸੂਰਜ ਦੇ ਕਿਤਨੇ ਹੀ ਵੇਸ ਬਣ ਜਾਂਦੇ ਹਨ। ਘੜੀਆਂ, ਪੈਰ, ਵਿਸਵੇ ਚਸਿਆ, ਕਈ ਕੁਝ ਬਣ ਜਾਂਦਾ ਹੈ। ਜਿਸ ਤਰ੍ਹਾਂ ਇੱਕ ਪਰਮਾਤਮਾ ਤੋਂ ਕਈ ਗੁਰੂ, ਜੋ ਛੇਆਂ ਦਾ ਇੱਥੇ ਗੱਲ ਕੀਤੀ ਗਈ ਹੈ, ਉਹ ਪ੍ਰਗਟ ਹੁੰਦੇ ਹਨ, ਸ਼ਾਸਤਰ ਪ੍ਰਗਟ ਹੁੰਦੇ ਹਨ। ਲੇਕਿਨ ਇਹ ਸਾਰੇ ਸਿਧਾਂਤ ਇਹ ਪਰਮਾਤਮਾ ਦੇ ਹੀ ਰੂਪ ਹਨ। ਸੂਰਜ ਏਕੋ ਰੁੱਤ ਅਨੇਕ। ਜਿਸ ਤਰ੍ਹਾਂ ਸੂਰਜ ਇੱਕ ਹੈ ਤੇ ਅਨੇਕਾਂ ਰੁੱਤਾਂ ਹਨ। ਥਿੱਤੀਆਂ ਦੀ ਗੱਲ ਕੀਤੀ ਗਈ ਹੈ, ਚੰਨ ਦੀਆਂ ਥਿੱਤੀਆਂ, ਰੁੱਤਾਂ। ਇਹ ਕਈ ਰੁੱਤਾਂ ਬਣਦੀਆਂ ਹਨ, ਕਈ ਥਿੱਤੀਆਂ ਬਣਦੀਆਂ ਹਨ। ਲੇਕਿਨ ਨਾਨਕ ਕਰਤੇ ਕੇ ਕੇਤੇ ਵੇਸ। ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਜੋ ਕਰਤਾ ਪੁਰਖ ਹੈ, ਜਿਸ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਸ ਦੇ ਹੀ ਵੇਸ ਹਨ, ਉਸੇ ਦੇ ਰੂਪ ਹਨ। ਇਹ ਕੋਈ ਵੱਖਰੇ ਨਹੀਂ। ਜੋ ਵੀ ਸ੍ਰਿਸ਼ਟੀ ਸਾਜਨਾ ਹੋਈ ਹੈ, ਜੋ ਵੀ ਸਮੇਂ ਦੀਆਂ ਇਕਾਈਆਂ ਬਣੀਆਂ ਹਨ, ਸੂਰਜ ਵੀ ਤੇ ਹੋਰ ਸਭ ਕੁਝ, ਇਹ ਸਭ ਪ੍ਰਭੂ ਦੇ ਵੇਸ ਹਨ, ਉਸੇ ਦੇ ਰੂਪ ਹਨ। ਉਹਨਾਂ ਤੋਂ, ਉਸ ਤੋਂ ਵੱਖਰਾ ਕੁਝ ਵੀ ਨਹੀਂ ਹੈ। ਕਿਉਂਕਿ ਘਟ ਘਟ ਦੇ ਵਿੱਚ ਉਹ ਵਸ ਰਿਹਾ। ਹਰ ਇਨਸਾਨ ਦੇ ਅੰਦਰ, ਹਰ ਹਿਰਦੇ ਦੇ ਅੰਦਰ, ਹਰ ਕਣ ਦੇ ਅੰਦਰ ਉਸ ਦਾ ਵਾਸਾ ਹੈ। ਉਸ ਦੀ ਜੀਵਨ ਰੋਹ ਰੁਮਕ ਰਹੀ ਹੈ। ਅਸੀਂ ਤਾਂ ਹੀ ਜੀਂਦੇ ਹਾਂ ਜੇ ਸਾਡੇ ਅੰਦਰ ਉਸ ਦੀ ਰੋਹ ਰੁਮਕ ਰਹੀ ਹੈ। ਇਹ ਜੀਵਨ ਰੋਹ ਵਸ ਰਹੀ ਹੈ। ਸਭ ਜੀਵਾਂ ਦੇ ਵਿੱਚ ਉਸ ਦਾ ਵਾਸਾ ਹੈ। ਇਹ ਸਾਰੇ ਜੀਵ ਜੋ ਹਨ, ਸਾਰੇ ਇੱਕ ਇੱਕ ਕਣ ਜੋ ਹੈ ਸ੍ਰਿਸ਼ਟੀ ਦਾ, ਇਹ ਪ੍ਰਭੂ ਦੇ ਰੂਪ ਹੈ। ਸਨਾਤਨ ਮਤ ਦੇ ਵਿੱਚ ਪੂਜਾ ਅਰਚਨਾ ਦਾ ਇੱਕ ਰੀਤ ਵਿਧਾਨ ਹੈ। ਆਰਤੀ, ਇੱਕ ਥਾਲ ਵਿੱਚ ਦੀਵੇ ਰੱਖ ਕੇ, ਫੁੱਲ ਰੱਖ ਕੇ, ਮੋਤੀ ਰੱਖ ਕੇ, ਧੂਪ ਤੁਖਾ ਕੇ, ਉਹ ਥਾਲ ਜੋ ਪ੍ਰਭੂ ਦੀ ਮੂਰਤੀ ਦੇ ਚਰਨਾਂ ਕੋਲ ਘੁਮਾਈ ਜਾਂਦੀ ਹੈ। ਥਾਲ ਨੂੰ ਘੁਮਾਇਆ ਜਾਂਦਾ ਹੈ 4 ਵਾਰੀ। 2 ਵਾਰੀ ਨਾਭੀ ਕੋਲ ਘੁਮਾਇਆ ਜਾਂਦਾ ਹੈ। 1 ਵਾਰੀ ਮੂਰਤੀ ਦੇ ਚਿਹਰੇ ਤੇ ਘੁਮਾਇਆ ਜਾਂਦਾ ਹੈ। ਤੇ ਫਿਰ 7 ਵਾਰੀ ਸਾਰੀ ਮੂਰਤੀ
ਦੇ ਆਕਾਰ ਤੇ ਘੁਮਾਇਆ ਜਾਂਦਾ ਹੈ। ਇਸ ਤਰ੍ਹਾਂ ਨਾਲ ਗਾਇਨ ਵੀ ਕੀਤਾ ਜਾਂਦਾ ਹੈ, ਆਰਤੀ ਦਾ ਗਾਇਨ ਹੁੰਦਾ ਹੈ, ਸੰਗੀਤ ਵੀ ਨਾਲ ਵੱਜਦਾ ਹੈ। ਇਸ ਤਰ੍ਹਾਂ ਆਰਤੀ ਕੀਤੀ ਜਾਂਦੀ ਹੈ। ਇਸ ਸੰਬੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਐਸੀ ਆਰਤੀ ਦੀ ਗੱਲ ਕੀਤੀ ਹੈ ਜੋ ਆਰਤੀ ਆਪਣੇ ਆਪ ਹੋ ਰਹੀ ਹੈ, ਕੁਦਰਤ ਕਰ ਰਹੀ ਹੈ। ਕੁਦਰਤ ਦੇ ਵਿੱਚ ਲਗਾਤਾਰ ਨਿਰੰਤਰ ਇੱਕ ਆਰਤੀ ਹੁੰਦੀ ਰਹਿੰਦੀ ਹੈ ਜੋ ਕਦੇ ਰੁਕਦੀ ਨਹੀਂ, ਉਸ ਵਿੱਚ ਕਦੇ ਕੋਈ ਬ੍ਰੇਕ ਨਹੀਂ ਪੈਂਦੀ। ਦਿਨ ਰਾਤ 24 ਘੰਟੇ, ਸਰਦੀ ਹੋਵੇ ਗਰਮੀ ਹੋਵੇ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦੀ ਉਹ ਆਰਤੀ ਹੋ ਰਹੀ ਹੈ ਤੇ ਜਦ ਤੱਕ ਸ੍ਰਿਸ਼ਟੀ ਕਾਇਮ ਹੈ ਉਹ ਆਰਤੀ ਆਪਣੇ ਆਪ ਹੁੰਦੀ ਰਹੇਗੀ। ਉਹ ਕਿਸ ਤਰ੍ਹਾਂ ਆਰਤੀ ਹੋ ਰਹੀ ਹੈ, ਉਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਧਨਾਸਰੀ ਰਾਗ ਦੇ ਵਿੱਚ ਜੋ ਸ਼ਬਦ ਉਚਾਰਨ ਕੀਤਾ ਹੈ ਉਹ ਇਸ ਤਰ੍ਹਾਂ ਹੈ। ਰਾਗ ਧਨਾਸਰੀ ਮਹਲਾ ਪਹਿਲਾ। ਗगन में थाल रव चंद दीपक बने, तारिका मंडल जनक मोती। धूप मल्यान लो पवन चवरो करे, सगल बन राय फुलंत ज्योति। कैसी आरती होए भव खंडना तेरी आरती, अनहता शब्द व जंत पेरी। रहाओ सहस तव नैन नन नैन है तोहे को, सहस मूरत नन एक तो ही। सहस पद बिमल नन एक पद गंध बिन, सहस तब गंध विचलत मोही। सब में जोत जोत है सोए, तिस दै चानन सब में चानन होए। गुर साखी जोत प्रगट होए, जो तिस पावै सो आरती होए। हर चरण कमल मकरंद लोभित मनो, अन दिनो मोए आही प्यासा। कृपा जल दे नानक सारंग को, होए जाते तेरे नाय वासा। गगन में थाल, गगन आकाश, मैं सारा, सारा आकाश। मैं संस्कृत का शब्द है, मैं तो यह, इसका मतलब है सारा, सारा आकाश। गगन में थाल, सारा आकाश, सारा आसमान एक थाल है। गगन में थाल, रव चंद दीपक बने। रव सूरज, चंद चंद्रमा। सूरज ते चंद दोवें दीवे हैं उस थाल दे विच रखे हुए। तारिका मंडल जनक मोती, ते जड़े तारे इतने दिखाई देंदे हैं, तारियां दा इतना सारा समूह है, बहुत सारे तारे हैं। इन्हां नूं समझो कि ये मोती हैं। बने तारिका मंडल जनक मोती। जनक में ना मनो, जान लो। जनक में ना जान लो, मन लो कि इन्हां ये मोती हैं जो थाल विच रखे हुए हैं। धूप मल्यान लो पवन चवरो करे। ते धूप किहड़ी तखाई जा रही है, इस दे विच धूप किहड़ी है जिहड़ी सुगंध दे रही है? मल्यान लो। मल्यान लो शब्द का जे संधि छेद किया जाए तो यह बनता है, ये शब्द बनता है मल्य जमा अनलो। भाव मल्य एक पहाड़ है जिथे चंदन के दरखत हैं। चेन्नई कोले पहाड़ दसिया जाता है विद्वानों मुताबक कि उत्थे इस पहाड़ ते चंदन के दरखत हैं, ते उन्हां चंदन के दरख्तां नूं हवा छू के जो आउंदी है वह हवा सुगंधी वाली होंदी है। उस मल्या अनलो, अनलो मना हवा, मल्यान लो मल्या पर्वत तो आने वाली हवा। धूप है मल्या पर्वत तो आने वाली हवा जो सुगंधी दे रही है। धूप मल्यान लो पवन चवरो करे। ते जड़ा चवर फेरिया जाता है, चवर किया जाता है मूर्ति ते, उस चवर की थां ते हवा चवर कर रही है, हवा चवर कर रही है। धूप मल्यान लो पवन चवरो करे,
सगल बन राए फुलंत ज्योति। सारी जो बनस्पत है इस सृष्टि दी, भावें हिंदुस्तान दी है ते भावें अमरीका दी है, भावें आस्ट्रेलिया दी है, कित्थों कित्थों दी बनस्पति, कित्थे कित्थे जिन्ने कॉन्टीनेंट हैं दुनिया दे, जिथे भी बनस्पति है, वो सारी दी सारी बनस्पति फुल हैं, फुल दे रही है, वो आरती दे फुल हैं। कैसी आरती होए भव खंडना तेरी आरती। ए भव खंडना, भव खंडना तो भव में ना पैदा होना, जन्म, भव में ना जन्म धारना, खंडना खंड कर तोड़ना, उसनों खत्म करना, नाश करना। भव खंडना जन्म मरण का नाश करना। जो इंसान है इस धरती ते आया है, एक कई जोनियां इस भोग के आया, जो भोग जोनियां भोग के आया तो हुण कर्म जोनी दे विच आया। ये जो बार बार इस जमदा है मरदा है, एक जोनी तो दूजी जोनी विच जांदा है, ये जन्म मरण है, ये एक वड्डा दुख है जो सतगुरु कोल जाके कटींदा है। एक वड्डा दुख है इंसान नूं, यही एक दुख है, बाकी दुख तो आने जाने हैं धुप छां दे वांगू। जो वड्डा दुख है जन्म मरण दा है। ऐ प्रभु तू ये वड्डा दुख कट्टण वाला है, भव खंडना है। कैसी आरती होए भव खंडना। ऐ जन्म मरण दा दुख कट्टण वाले, ऐ प्रभु, ऐ मेरे मालका, तेरी कैसी आरती हो रही है, एक अद्भुत आरती हो रही है, जिस विच इंसान दे हत्थां दी पैरां दी लोड़ नहीं, कोई दूजा थाल लैण दी लोड़ नहीं, आसमान थाल बन गया है, पर किरती कुदरत तेरी आरती कर रही है। कैसी आरती, कैसी अद्भुत आरती तेरी हो रही है, ऐ जन्म मरण दे दुख नूं कट्टण वाले, ऐ मालका। अनहता शब्द वाजंत पहेरी। ते इस विच जिहड़ा संगीत वज रहा है, क्योंकि आरती दे नाल संगीत भी वजदा है। ये किहड़ा संगीत वज रहा है? संगीत वजदा है, कोई चोट मारदे हैं जदों असीं किसे नगारे ते चोट वजदी है तो उसदे विचों आवाज़ निकलदी है। हारमोनीयम दीआं सुरां नूं दबाया जांदा है तो उस विचों आवाज़ निकलदी है। जब तबले ते चोट मारी जाती है तो उस विचों आवाज़ निकलती है। जहाँ बंसरी दे विच फूक मारी जाती है, उंगलियां नाल जो मोरियां तो उंगलियां रखियां जांदियां हन, चुक्कियां जांदियां हन, फिर सुरीली आवाज़ कढ़ी जाती है। पर एक ऐसी आवाज़ जो बिना चोट दे निकलती है, कोई चोट नहीं मारनी पैंदी, अपने आप कुदरती एक आवाज़ है, एक शब्द है जो वजदा है। वो किहड़ा है? वो है जीवन रो। परमात्मा की जो जीवन रो साडे अंदर वसदी है, जो हर वक्त जिसते करके साडा जीवन है, एक जीवन रो वसदी है। अनहत शब्द है वो बिना चोट दे वजदा है, अपने आप वजदा है, उसनूं वजाण दी लोड़ नहीं पैंदी। उस कुदरती आरती दे विच ये जिहड़ा नगारा है ये अपने आप वजदा रहिंदा है, निरंतर लगातार, कदे रुकदा नहीं। अनहता शब्द वाजंत पहेरी। जो अनाहत शब्द है वो इस आरती का संगीत है। रहाओ, ये भी रहाओ की तुक सी। ठहराओ, इत्थे विचार करने की लोड़ है कि भाई रहाओ दे विच की आख्या है? कैसी आरती होए भव खंडना तेरी आरती, अनहता शब्द वाजंत पेरी।
आरती लगातार है प्रभु, अद्भुत आरती तेरी लगातार हो रही है। अनाहत शब्द बिना चोट दे अपने आप वज रहा है। लोड़ है तो केवल इसनूं महसूस करन दी, इसनूं समझण दी, ते समझ आएगी जे गुरु दे चरनां विच जावांगे, गुरु दी शरण लवांगे। गुरु सानू शब्द रड़ा के ये महसूस कराएगा। अनहत शब्द जदों इस दी समझ आएगी, अनाहत शब्द दी समझ आएगी, तो ये कुदरती जो आरती हो रही है उसकी समझ आएगी, तो ये साडा मनोरथ, मनुखा मनोरथ, गुरु कोल आण दा मनोरथ वो सिद्ध होंदा है। इत्थे सार इस शब्द दी सार है। सहज तव नैन नन नैन है तोहे को। इत्थे यह भी वर्णन कर देना चाहिए है कि इस गुरु नानक देव जी ने जो आरती के बारे च व्याख्या की है, जो कुदरत वालों व्याख्या आरती हो रही है उसके बारे विच जानकारी दी है। इस संबंध विच कई विद्वानों ने भी कुछ लिखा है। एक अंग्रेजी का कवि है, उसने भी कुछ इस तरह का लिखा। उन्हें लिखा, टॉक नॉट ऑफ टेम्पल्स, देयर इज वन बिल्ट विदाउट हैंड्स टू मैनकाइंड गिवन। इट्स वॉल्स आर द cerulean sky, its floor the earth so green and fair, dome is vast immensity, all nature worships there। गुरु नानक साहब दे इस शब्द तो प्रभावित होकर भी लिखा हो सकता है। उन्होंने भी यही विचार प्रगट किया कि एक ऐसा मंदिर है, इस तो पंजाबी विच दसिया जाए इसका सार इस कविता का, एक ऐसा मंदिर है जड़ा बनाया मनुखी हत्थां ने नहीं बनाया, कुदरत वालों ही बनाया है, मनुख ने नहीं बनाया। टॉक नॉट ऑफ टेम्पल्स, देयर इज वन बिल्ट विदाउट हैंड्स टू मैनकाइंड गिवन। कि मनुखता ने वो नहीं बनाया, एक ऐसा मंदिर है। इट्स वॉल्स आर दी cerulean sky, इहदियां कंधां जड़ियां सारा आसमान जड़ा दिखाई देंदा है, जे चारे पासे घूम के देखिए एक गुंबद, ये कंधां मान लो, ये कंधां आसमान सारा इसदियां कंधां हैं। ते सारा फर्श जो है जड़ा हरा फर्श है, ये जिन्नी थले दिखाई दे रहा है, हरियाली दिखाई दे रही है, वनस्पति दिखाई, धरती दिखाई दे, दा फर्श है सो ग्रीन एंड फेयर। तो इत्थे सारी कुदरत जो है वो आरती कर रही है, पूजा कर रही है।